ਹੈਲੋ एवरीवन ਗਿਲਸ ਮੈਂਟੋਰ ਦੇ ऑफिशियल यूट्यूब ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ ਅੱਜ ਅਸੀਂ 55 ਦੇਖਣ ਲੱਗੇ ਹਾਂ। ਅੱਜ ਅਸੀਂ MCQs ਦੀ ਪ੍ਰੈਕਟਿਸ ਕਰਾਂਗੇ। ਠੀਕ ਹੈ ਫਰੈਂਡਸ, ਜਿਵੇਂ ਮੈਂ ਪਿਛਲੇ 4-5 ਲੈਕਚਰ ਤੁਹਾਨੂੰ ਪ੍ਰੈਕਟਿਸ ਕਰਾ ਰਿਹਾ 15 ਕੁਐਸਚਨਸ ਲੈ ਕੇ। ਠੀਕ ਹੈ, ਜਿੰਨਾ ਹੁਣ ਤੱਕ ਕੀਤਾ ਉਹਦੀ ਪ੍ਰੈਕਟਿਸ ਚੱਲ ਰਹੀ ਹੈ ਫਿਲਹਾਲ। ਠੀਕ ਹੈ, ਆਪਾਂ ਅੱਜ ਫੇਰ 15 ਕੁਐਸਚਨਸ ਲਵਾਂਗੇ ਅਤੇ ਤੁਹਾਡੇ ਮੈਨੂੰ ਉਮੀਦ ਹੈ ਤੁਸੀਂ ਮੈਨੂੰ 12+ ਤੁਹਾਡੇ ਕੁਐਸਚਨ ਠੀਕ ਹੋਣੇ ਚਾਹੀਦੇ ਨੇ। ਠੀਕ ਹੈ ਫਰੈਂਡਸ, ਜੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਪੁੱਛੋ, ਬਾਕੀ ਰਿਵੀਜ਼ਨ ਕਰਦੇ ਰਹੋ। ਠੀਕ ਹੈ, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentortest.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਪਹਿਲਾ ਕੁਐਸਚਨ ਹੈ, ਸੈਕੰਡਰੀ ਪੈਕੇਜਿੰਗ ਐਕਸਪੈਂਸਿਸ ਆਰ। ਦੱਸੋ ਸੈਕੰਡਰੀ ਪੈਕੇਜਿੰਗ ਐਕਸਪੈਂਸਿਸ ਕਿਹੜੇ ਹੁੰਦੇ ਨੇ? ਪਾਰਟ ਆਫ ਪ੍ਰਾਈਮ ਕੋਸਟ ਦੇ ਹੁੰਦੇ ਨੇ, ਪਾਰਟ ਆਫ ਪ੍ਰੋਡਕਸ਼ਨ ਓਵਰਹੈਡ ਦੇ ਹੁੰਦੇ ਨੇ, ਪਾਰਟ ਆਫ ਡਿਸਟਰੀਬਿਊਸ਼ਨ ਓਵਰਹੈਡ ਦੇ ਹੁੰਦੇ ਨੇ, ਰਿਟਰਨ ਆਫ ਟੂ ਦਾ ਕੋਸਟ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਹੁੰਦੇ ਨੇ। ਇਹਦਾ ਆਨਸਰ ਆ ਜਾਏਗਾ ਪਾਰਟ ਆਫ ਡਿਸਟਰੀਬਿਊਸ਼ਨ ਓਵਰਹੈਡ ਦੇ ਹੁੰਦੇ ਨੇ। ਠੀਕ ਹੈ, ਜਦੋਂ ਸਾਡੀ ਫੈਕਟਰੀ 'ਚੋਂ ਜਿਹੜਾ ਪ੍ਰੋਡਕਟ ਨਿਕਲ ਗਿਆ, ਠੀਕ ਹੈ, ਉਸ ਤੋਂ ਬਾਅਦ ਆਫਿਸ 'ਚ ਆ ਗਿਆ, ਉਸਦੇ ਜਿਹੜੇ ਖਰਚੇ ਹੋ ਗਏ, ਉਸ ਤੋਂ ਬਾਅਦ ਜਿਹੜੇ ਖਰਚੇ ਹੋਣਗੇ ਨਾ ਸੈਲਿੰਗ ਐਂਡ ਡਿਸਟਰੀਬਿਊਸ਼ਨ ਦੇ ਖਰਚੇ ਹੋਣਗੇ, ਉਸ ਵਿੱਚ ਜਿਹੜੇ ਸੈਕੰਡਰੀ ਪੈਕੇਜਿੰਗ ਦੇ ਖਰਚੇ ਹੁੰਦੇ ਹੈ। ਠੀਕ ਹੈ, ਇੱਕ ਤਾਂ ਨੋਰਮਲ ਇੱਕ ਪੈਕੇਜਿੰਗ ਹੁੰਦੀ ਹੈ, ਉਸ ਤੋਂ ਬਾਅਦ ਜਿਹੜੇ ਉਸਦੀ ਹੋਰ ਪ੍ਰੋਟੈਕਟ ਕਰਨ ਲਈ ਜਿਹੜੀ ਪੈਕੇਜਿੰਗ ਕੀਤੀ ਜਾਂਦੀ ਹੈ ਉਸ ਪ੍ਰੋਡਕਟ ਦੇ ਉੱਪਰ, ਉਸ ਨੂੰ ਕਹਿੰਦੇ ਨੇ ਸੈਕੰਡਰੀ ਪੈਕੇਜਿੰਗ। ਠੀਕ ਹੈ, ਪੈਕਿੰਗ ਕਹਿੰਦੇ ਨੇ। ਜਿਹੜੇ ਉਹ ਖਰਚੇ ਹੁੰਦੇ ਨੇ ਨਾ, ਉਹ ਐਂਡ ਵਾਲਾ ਜਿਹੜਾ ਪ੍ਰੋਸੈਸ ਰਹਿ ਜਾਂਦਾ, ਸਟੈਪ ਰਹਿ ਜਾਂਦਾ, ਜਿਸ ਵਿੱਚ ਸੈਲਿੰਗ ਐਂਡ ਡਿਸਟਰੀਬਿਊਸ਼ਨ ਵਾਲਾ। ਠੀਕ ਹੈ, ਸੈਲਿੰਗ ਐਂਡ ਡਿਸਟਰੀਬਿਊਸ਼ਨ ਦੀ ਜਿਹੜੀ ਕੋਸਟ ਆਉਂਦੀ ਹੈ ਉਹਦੇ ਵਿੱਚ ਮੇਰਾ ਇਹ ਪਾਰਟ ਆਫ ਡਿਸਟਰੀਬਿਊਸ਼ਨ ਓਵਰਹੈਡ ਐਡ ਹੋ ਜਾਂਦਾ ਹੈ। ਠੀਕ ਹੈ ਫਰੈਂਡਸ, ਉਸ ਡਿਪਾਰਟਮੈਂਟ 'ਚ ਜਾ ਕੇ ਇਹ ਮੇਰੇ ਐਕਸਪੈਂਸਿਸ ਐਡ ਹੁੰਦੇ ਨੇ। ਠੀਕ ਹੈ, ਅਗਲਾ ਕੁਐਸਚਨ ਹੈ, ਰੈਗੂਲਰ ਮੇਨਟੇਨੈਂਸ ਐਕਸਪੈਂਸਿਸ ਆ। ਜਿਹੜੇ ਰੈਗੂਲਰ ਮੇਨਟੇਨੈਂਸ ਐਕਸਪੈਂਸਿਸ ਹੈ ਉਹ ਕੀ ਹੈ? कैपिटलाइज्ड हैं, पार्ट ऑफ मैन्युफैक्चरिंग ओवरहेड है, रिटर्न ऑफ टू द कोस्टिंग P&L अकाउंट है, या पार्ट ऑफ प्राइम कोस्ट है। ਜਿਹੜੇ ਰੈਗੂਲਰ ਮੇਨਟੇਨੈਂਸ ਐਕਸਪੈਂਸਿਸ ਹੁੰਦੇ ਨੇ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ ਹੈ। ਠੀਕ ਹੈ, ਬਹੁਤ ਆਸਾਨ ਹੈ ਕੁਐਸਚਨ, ਮਗਰ ਮੈਨੂੰ ਉਮੀਦ ਹੈ ਤੁਸੀਂ ਸਾਰਿਆਂ ਦੇ ਜਿਹੜਾ ਆਨਸਰ ਹੋਏਗਾ ਬਿਲਕੁਲ ਠੀਕ ਹੋਏਗਾ। ਅਗਲਾ ਕੁਐਸਚਨ ਹੈ, ਡੈਪਰੀਸ਼ਨ ਔਨ ਪਲਾਂਟ ਐਂਡ ਮਸ਼ੀਨਰੀ। ਜਿਹੜੀ ਆਪਾਂ ਡੈਪਰੀਸ਼ਨ ਲਾਉਂਦੇ ਪਲਾਂਟ ਐਂਡ ਮਸ਼ੀਨਰੀ ਉੱਪਰ, ਉਹ ਕਿਹਦਾ ਪਾਰਟ ਹੋ ਸਕਦੀ ਹੈ? ਦੱਸੋ। ਨੋਟ ਅ ਕੈਸ਼ ਕੋਸਟ, ਸੋ ਇਜ਼ ਇਗਨੋਰਡ ਇਨ ਦਾ ਕੋਸਟ ਅਕਾਊਂਟਿੰਗ। ਠੀਕ ਹੈ, ਇਹ ਕੈਸ਼ ਕੋਸਟ ਨਹੀਂ ਹੈ, ਸੋ ਆਪਾਂ ਇਗਨੋਰ ਕਰ ਸਕਦੇ ਹਾਂ ਕੋਸਟ ਅਕਾਊਂਟ ਵਿੱਚ। ਮਗਰ ਦੂਜਾ ਆਪਸ਼ਨ ਹੈ, ਪਾਰਟ ਆਫ ਮੈਨੂਫੈਕਚਰਿੰਗ ਓਵਰਹੈਡ ਦਾ ਪਾਰਟ ਹੈ, ਜਾਂ ਪ੍ਰਾਈਮ ਕੋਸਟ ਦਾ ਪਾਰਟ ਹੈ, ਜਾਂ ਆਲਵੇਜ਼ ਕੈਲਕੂਲੇਟਿਡ ਯੂਜ਼ ਦੀ ਸਟੇਟ ਲਾਈਨ ਮੈਥਡ ਹੈ। ਇਹ 'ਚੋਂ ਕਿਹੜੀ ਸਟੇਟਮੈਂਟ ਬਿਲਕੁਲ ਸਹੀ ਬੈਠ ਰਹੀ ਹੈ? ਦੱਸੋ ਮੈਨੂੰ। ਪਲਾਂਟ ਐਂਡ ਮਸ਼ੀਨਰੀ ਕਿੱਥੇ ਯੂਜ਼ ਹੁੰਦੀ ਹੈ? ਮੈਂ ਤੁਹਾਨੂੰ ਆਈਡੀਆ ਵੀ ਦੇਤਾ। ਇਹ ਯੂਜ਼ ਹੁੰਦੀ ਹੈ ਪਾਰਟ ਆਫ ਮੈਨੂਫੈਕਚਰਿੰਗ ਓਵਰਹੈਡ ਵਿੱਚ। ਠੀਕ ਹੈ ਫਰੈਂਡਸ, ਕਿੱਥੇ ਯੂਜ਼ ਹੁੰਦੀ ਹੈ? ਪਾਰਟ ਆਫ ਮੈਨੂਫੈਕਚਰਿੰਗ ਓਵਰਹੈਡ। ਮੈਨੂਫੈਕਚਰਿੰਗ ਓਵਰਹੈਡ ਵਿੱਚ ਹੀ ਆਪਾਂ ਪਲਾਂਟ ਮਸ਼ੀਨਰੀ ਯੂਜ਼ ਕਰਦੇ ਹਾਂ। ਜਦੋਂ ਵੀ ਆਪਾਂ ਕੋਈ ਕੋਸਟਿੰਗ ਦੀ ਆਪਾਂ ਡਿਪਾਰਟਮੈਂਟ ਦੇ ਐਕਸਪੈਂਸਿਸ ਕੈਲਕੂਲੇਟ ਕਰਨੇ ਹੁੰਦੇ ਨੇ, ਜਿਹੜੇ ਮੈਨੂਫੈਕਚਰਿੰਗ ਵਿੱਚ ਹੀ ਡੈਪਰੀਸ਼ੀਏਸ਼ਨ ਆਉਂਦੀ ਹੈ, ਉਸ ਦੀ ਡੈਪਰੀਸ਼ੀਏਸ਼ਨ ਜ਼ਿਆਦਾਤਰ ਫਿਕਸ ਐਸਟ ਉੱਪਰ ਲੱਗਦੀ ਹੈ। ਫਿਕਸ ਐਸਟ ਸਾਡੇ ਜ਼ਿਆਦਾਤਰ ਫੈਕਟਰੀ ਐਕਸਪੈਂਸਿਸ ਵਿੱਚ ਹੀ ਜ਼ਿਆਦਾ ਯੂਜ਼ ਹੁੰਦੇ ਨੇ। ਕਿਸੇ ਕੋਸਟ ਨੂੰ ਕੱਢਣ ਲਈ, ਉਸ ਪ੍ਰੋਡਕਟ ਦੀ, ਉਹਦੇ ਲਈ ਜਿਹੜੀ ਡੈਪਰੀਸ਼ਨ ਆ ਉਹ ਵੀ ਕੈਲਕੂਲੇਟ ਉਸ ਟਾਈਮ ਹੀ ਹੋਏਗੀ, ਫੈਕਟਰੀ ਐਕਸਪੈਂਸਿਸ ਦੇ ਅੰਡਰ ਹੀ ਹੋਏਗੀ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਕੋਸਟ ਇਜ਼ ਨੋਟ ਆ ਫੈਕਟਰੀ ਓਵਰਹੈਡ ਐਕਸਪੈਂਸਿਸ। ਦੱਸੋ, ਇਹ 'ਚੋਂ ਕਿਹੜੀ ਕੋਸਟ ਐਸੀ ਹੈ ਜੋ ਫੈਕਟਰੀ ਓਵਰਹੈਡ ਐਕਸਪੈਂਸਿਸ ਹੀ ਨਹੀਂ ਹੈ? ਦੱਸੋ। ਡੈਪਰੀਸ਼ਨ ਆਫ ਦੀ ਇਕਵਿਪਮੈਂਟ ਯੂਜ਼ ਇਨ ਦਾ ਰਿਸਰਚ ਡਿਪਾਰਟਮੈਂਟ, ਸੈਲਰੀ ਆਫ ਦਾ ਕੁਆਲਿਟੀ ਕੰਟਰੋਲ ਇੰਸਪੈਕਟਰ, ਓਵਰ ਟਾਈਮ ਪ੍ਰੀਮੀਅਮ ਪੇਡ ਟੂ ਦਾ ਡਾਇਰੈਕਟ ਲੇਬਰ, ਮਸ਼ੀਨ ਮੇਨਟੇਨੈਂਸ ਲੇਬਰ ਕੋਸਟ। ਉਹ ਪੁੱਛ ਰਿਹਾ ਜਿਹੜਾ ਇਹ 'ਚੋਂ ਕਿਹੜੀ ਕੋਸਟ ਐਸੀ ਹੈ ਜੋ ਮੇਰੀ ਫੈਕਟਰੀ ਓਵਰਹੈਡ ਐਕਸਪੈਂਸਿਸ 'ਚ ਨਹੀਂ ਆਉਂਦੀ, ਜੋ ਫੈਕਟਰੀ ਦੇ ਖਰਚੇ ਆ ਉਹਦੇ ਵਿੱਚ ਨਹੀਂ ਆਉਂਦੀ। ਇਹਦਾ ਆਨਸਰ ਆ ਜਾਏਗਾ ਡੈਪਰੀਸ਼ਨ ਆਫ ਦੀ ਇਕਵਿਪਮੈਂਟ ਯੂਜ਼ ਇਨ ਦਾ ਰਿਸਰਚ ਡਿਪਾਰਟਮੈਂਟ। ਜਿਹੜਾ ਰਿਸਰਚ ਡਿਪਾਰਟਮੈਂਟ ਦਾ ਕੰਮ ਹੈ ਉਹ ਮੇਰੇ ਫੈਕਟਰੀ ਦੇ ਖਰਚਿਆਂ ਵਿੱਚ ਨਹੀਂ ਆਏਗਾ। ਤੁਸੀਂ ਧਿਆਨ ਰੱਖਿਓ, ਹਮੇਸ਼ਾ ਇੱਕ ਆਪਸ਼ਨ
ਹਰੇਕ ਚੀਜ਼ ਦਾ ਇਹ ਫ਼ਰਕ ਹੋਏਗਾ, ਕਿਉਂਕਿ ਜਿਹੜੀ ਆਪਾਂ ਉੱਪਰ ਡੈਪਰੇਸ਼ਨ ਆਫ ਪਲਾਂਟ ਮਸ਼ੀਨਰੀ ਦੀ ਗੱਲ ਕਰਕੇ ਆਏ ਹਾਂ, ਉਹ ਆਪਾਂ ਪਲਾਂਟ ਮਸ਼ੀਨਰੀ ਦੀ ਉੱਪਰ ਗੱਲ ਕਰਕੇ ਆਏ ਹਾਂ। ਨੇਚਰ ਜ਼ਰੂਰ ਦੇਖਣਾ ਆਪਾਂ ਨੇ, ਉਹ ਗੱਲ ਕਿਸ ਦੀ ਕਰ ਰਿਹਾ, ਉਰੇ ਗੱਲ ਕਰ ਰਿਹਾ ਉਹ ਡੈਪਰੇਸ਼ਨ ਆਫ ਇਕਵਿਪਮੈਂਟ ਜਿਹੜਾ ਯੂਜ਼ ਕੀਤਾ ਗਿਆ ਮੇਰਾ ਰਿਸਰਚ ਡਿਪਾਰਟਮੈਂਟ ਦੀ ਗੱਲ ਕਰ ਰਿਹਾ। ਇਹ ਮੇਰੇ ਫੈਕਟਰੀ ਖਰਚੇ 'ਚ ਨਹੀਂ ਆਏਗਾ ਨਾ, ਉਹ ਤਾਂ ਅੱਗੇ ਜਾ ਕੇ ਜਿਹੜਾ ਆਫਿਸ ਡਿਸਟਰੀਬਿਊਸ਼ਨ ਦੇ ਖਰਚੇ ਉਸ ਵਿੱਚ ਐਡ ਹੋ ਸਕਦਾ, ਠੀਕ ਹੈ। ਜਿੱਦਾਂ ਪਹਿਲੇ ਐਡ ਹੋ ਸਕਦਾ, ਫੋਰਕਾਸਟ ਕਰਨ ਲਈ ਜਿਹੜੀ ਕੋਸਟ ਕੱਢੀ ਜਾਂਦੀ ਉਹਦੇ ਲਈ ਐਡ ਹੋ ਸਕਦਾ, ਮਗਰ ਇਹ ਇਹਦੇ ਵਿੱਚ ਤਾਂ ਐਡ ਨਹੀਂ ਹੋ ਸਕਦਾ ਨਾ, ਠੀਕ ਹੈ ਨਾ। ਫੈਕਟਰੀ ਦੇ ਜਿਹੜੇ ਖਰਚੇ ਹੈ ਉਹਦੇ ਵਿੱਚ ਐਡ ਨਹੀਂ ਹੋ ਸਕਦਾ। ਸੋ ਜਿਹੜੀ ਡੈਪਰੇਸ਼ਨ ਜਿਹੜੀ ਹੈ ਆਫਿਸ ਇਕਵਿਪਮੈਂਟ ਯੂਜ਼ ਇਨ ਸਰਚ ਡਿਪਾਰਟਮੈਂਟ, ਇਹ ਮੇਰੀ ਕੋਸਟ ਫੈਕਟਰੀ ਓਵਰਹੈਡ ਐਕਸਪੈਂਸਿਵ ਵਿੱਚ ਨਹੀਂ ਆਊਗੀ। ਦੂਜਾ ਆਪਸ਼ਨ ਸੈਲਰੀ ਆਫ ਕੁਆਲਿਟੀ ਕੰਟਰੋਲ ਇੰਸਪੈਕਟਰ, ਇਹ ਆ ਸਕਦਾ, ਠੀਕ ਹੈ। ਕੁਆਲਿਟੀ ਕੰਟਰੋਲ ਫੈਕਟਰੀ ਓਵਰਹੈਡ ਦੇ ਐਕਸਪੈਂਸਿਵ ਵਿੱਚ ਆਉਂਦਾ। ਕੁਆਲਿਟੀ ਕੰਟਰੋਲ ਦੇਖੀ ਜਾਂਦੀ ਹੈ, ਇੰਸਪੈਕਟ ਕੀਤਾ ਜਾਂਦਾ ਕਿ ਕੁਆਲਿਟੀ ਕਿਵੇਂ ਦੀ ਹੈ, ਅਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਹੜੀ ਕੋਸਟ ਕਿਸ ਹਿਸਾਬ ਦਾ ਸਹੀ ਬੈਠੇਗੀ, ਕਿੰਨੀ ਕੁਆਲਿਟੀ ਦੀ ਜ਼ਰੂਰਤ ਹੈ ਆਪਾਂ ਨੂੰ, ਠੀਕ ਹੈ, ਤਾਂ ਕਿ ਸਾਡੀ ਸੇਲ ਹੋਵੇ ਵੱਧ ਤੋਂ ਵੱਧ। ਪੂਰਾ ਐਨਾਲਾਈਜ਼ ਕੀਤਾ ਜਾਂਦਾ। ਓਵਰ ਟਾਈਮ ਪ੍ਰੀਮੀਅਮ ਪੇ ਟੂ ਡਾਇਰੈਕਟ ਲੇਬਰ, ਜਿਹੜਾ ਓਵਰ ਟਾਈਮ ਪੇ ਕੀਤਾ ਜਾਂਦਾ, ਠੀਕ ਹੈ, ਲੇਬਰਸ ਨੂੰ, ਠੀਕ ਹੈ। ਮਸ਼ੀਨ ਮੇਨਟੇਨੈਂਸ ਲੇਬਰ ਕੋਸਟ, ਜਿਹੜੀ ਮਸ਼ੀਨ ਦੀ ਮੇਨਟੇਨੈਂਸ ਕੋਸਟ ਆ ਉਹ ਵੀ ਫੈਕਟਰੀ ਓਵਰਹੈਡ ਦੇ ਵਿੱਚ ਆਉਂਦੀ ਹੈ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਐਗਜ਼ਾਮਪਲ ਆਫ ਵੇਰੀਏਬਲ ਓਵਰਹੈਡਸ। ਇਹ 'ਚੋਂ ਕਿਹੜੀ ਹੈ ਐਗਜ਼ਾਮਪਲ ਐਸੀ ਹੈ ਜੋ ਵੇਰੀਏਬਲ ਓਵਰਹੈਡਸ ਦੀ ਨਹੀਂ ਹੈ, ਦੱਸੋ। ਕਮਿਸ਼ਨ ਟੂ ਸੇਲਸਮੈਨ, ਸੈਲਰੀ ਆਫ ਦੀ ਸੇਲਸਮੈਨ, ਪਾਵਰ ਐਂਡ ਫਿਊਲ, ਡੈਪਰੇਸ਼ਨ ਆਫ ਮੋਟਰ ਵਾਹੀਕਲ। ਆਪਾਂ ਅੱਜ ਜ਼ਿਆਦਾਤਰ ਕੋਸਟ ਅਕਾਊਂਟਿੰਗ ਦੇ MCQs ਦੀ ਪ੍ਰੈਕਟਿਸ ਕਰ ਰਹੇ ਹਾਂ। ਇਹ ਆ ਜਾਏਗਾ, ਕਿਹੜਾ ਆ ਜਾਏਗਾ ਇਹਨਾਂ 'ਚੋਂ, ਦੇਖੋ। ਇਹ 'ਚੋਂ ਵੇਰੀਏਬਲ ਦਾ ਮਤਲਬ ਕੀ ਹੁੰਦਾ, ਚੇਂਜਸ ਹੋਣਾ। ਇਹ 'ਚੋਂ ਕਿਹੜੀ ਚੀਜ਼ ਐਸੀ ਜੋ ਚੇਂਜ ਨਹੀਂ ਹੁੰਦੀ, ਮੈਨੂੰ ਇਹ ਦੱਸੋ ਬਸ, ਆਈਡੀਆ ਲਾਓ। ਇਹ ਹੋਏਗਾ ਸੈਲਰੀ ਆਫ ਦੀ ਸੇਲਸਮੈਨ, ਜਿਹੜੀ ਸੈਲਰੀ ਹੁੰਦੀ ਹੈ ਸੇਲਸਮੈਨ ਦੀ ਉਹ ਹਮੇਸ਼ਾ ਫਿਕਸ ਰਹਿੰਦੀ ਹੈ, ਠੀਕ ਹੈ, ਉਹ ਨਹੀਂ ਜ਼ਿਆਦਾ ਬਦਲਦੀ। ਬਦਲਦਾ ਕੀ ਹੈ, ਕਮਿਸ਼ਨ ਬਦਲਦੀ ਹੈ, ਜਿਸ ਤਰ੍ਹਾਂ ਦੀ ਉਹ ਪਰਫਾਰਮੈਂਸ ਦੇਗਾ ਉਸ ਹਿਸਾਬ 'ਚ ਉਹਦੀ ਕਮਿਸ਼ਨ ਹੋਏਗੀ। ਪਾਵਰ ਐਂਡ ਫਿਊਲ ਬਦਲਦਾ ਹੈ, ਇਹ ਆਪਣੀ ਯੂਸੇਜ ਉੱਪਰ ਹੈ ਕਿ ਅਸੀਂ ਕਿੰਨਾ ਖਰਚਾ ਕਰਨਾ ਹੈ, ਠੀਕ ਹੈ, ਕਿੰਨੀ ਪਾਵਰ ਯੂਜ਼ ਕਰਨੀ ਹੈ, ਕਿੰਨਾ ਫਿਊਲ ਯੂਜ਼ ਕਰਨਾ ਹੈ। ਡੈਪਰੇਸ਼ਨ ਆਫ ਮੋਟਰ ਵਾਹੀਕਲ, ਮੋਟਰ ਵਾਹੀਕਲ ਮਤਲਬ ਜਿੰਨੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਾਂਗੇ ਉਨੀ ਘਸਾਵਟ ਲੱਗੇਗੀ, ਠੀਕ ਹੈ, ਠੀਕ ਹੈ ਨਾ। ਇਹ ਹੁੰਦੇ ਆ ਵੇਰੀਏਬਲ ਓਵਰਹੈਡ। ਜੇ ਇਹ ਤੁਹਾਨੂੰ ਇਹ ਵੀ ਪਤਾ ਲੱਗ ਗਿਆ, ਜਿਹੜਾ ਕਮਿਸ਼ਨ ਟੂ ਸੇਲਸਮੈਨ ਇਹ ਵੀ ਵੇਰੀਏਬਲ ਓਵਰਹੈਡ ਹੈ, ਪਾਵਰ ਐਂਡ ਫਿਊਲ ਹੈ ਇਹ ਵੀ ਵੇਰੀਏਬਲ ਓਵਰਹੈਡ ਹੈ, ਡੈਪਰੇਸ਼ਨ ਆਫ ਦੀ ਮੋਟਰ ਵਾਹੀਕਲ ਹੈ ਇਹ ਵੀ ਵੇਰੀਏਬਲ ਓਵਰਹੈਡ ਹੈ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਅੰਡਰ ਇਨਫਲੇਸ਼ਨਰੀ ਕੰਡੀਸ਼ਨ, ਇਨਫਲੇਸ਼ਨਰੀ ਕੰਡੀਸ਼ਨ ਦੇ ਵਿੱਚ ਫੀਫੋ ਮੈਥਡ ਵਿਲ ਲੀਡ ਟੂ, ਜੇ ਕੋਈ ਇਨਫਲੇਸ਼ਨਰੀ ਕੰਡੀਸ਼ਨ ਹੋਵੇ, ਪ੍ਰਾਈਸਿਸ ਵੱਧ ਹੋਣ, ਤਾਂ ਫੀਫੋ ਮੈਥਡ ਕੀ ਕਰਦਾ ਦੱਸੋ ਉਹਨੂੰ। ਪ੍ਰੋਫਿਟ ਘਟਾਉਂਦਾ ਜਾਂ ਸੇਲ ਨੂੰ ਵਧਾਉਂਦਾ, ਸੇਲ ਨੂੰ ਘਟਾਉਂਦਾ ਜਾਂ ਪ੍ਰੋਫਿਟ ਵਧਾਉਂਦਾ। ਤਾਂ ਮੈਂ ਇਹ ਫੀਫੋ ਮੈਥਡ ਕਿਹੜਾ ਹੋਇਆ, ਫਸਟ ਇਨ ਫਸਟ ਆਊਟ ਮੈਥਡ। ਇਸ ਦਾ ਕੀ ਮਤਲਬ ਹੁੰਦਾ ਸੀ ਕਿ ਜੋ ਮੇਰੇ ਕੋਲ ਪਹਿਲੇ ਮਾਲ ਪਿਆ ਉਸ ਨੂੰ ਪਹਿਲੇ ਯੂਜ਼ ਕਰਨਾ ਮੈਨੇ, ਜੇ ਮੇਰੀ ਕੋਈ ਸੇਲ ਹੋ ਰਹੀ ਹੈ ਉਸ ਨੂੰ ਪਹਿਲੇ ਯੂਜ਼ ਕਰਨਾ, ਮਤਲਬ ਕਿ ਉਸ ਰੇਟ ਨੂੰ, ਜਿਸ ਰੇਟ 'ਤੇ ਉਹ ਆਇਆ ਪਹਿਲੇ, ਉਸ ਨੂੰ ਪਹਿਲੇ ਯੂਜ਼ ਕਰਨਾ। ਜਿਹੜਾ ਨਵਾਂ ਆਇਆ, ਨਵਾਂ ਜਿਹੜਾ ਮੇਰੇ ਕੋਲ ਪ੍ਰੋਡਕਸ਼ਨ ਆਈ ਹੈ ਉਹ ਮੇਰੇ ਕੋਲ ਬਾਅਦ 'ਚ ਯੂਜ਼ ਕਰਨੀ ਹੈ, ਠੀਕ ਹੈ। ਮੈਂ ਪ੍ਰੋਡਕਸ਼ਨ ਦੀ ਜਿਹੜੀ ਮੈਂ ਭੇਜਣਾ ਮੈਨੇ ਮਾਲ, ਉਹ ਮੈਨੇ ਬਾਅਦ 'ਚ ਯੂਜ਼ ਕਰਨਾ। ਜੋ ਮੇਰੇ ਕੋਲ ਪਹਿਲੇ ਪਿਆ ਮਾਲ ਪੁਰਾਣਾ ਉਹ ਮੈਨੇ ਪਹਿਲੇ ਯੂਜ਼ ਕਰਨਾ ਜਦੋਂ ਮੈਂ ਉਸ ਨੂੰ ਸੇਲ ਕਰ ਰਿਹਾ, ਠੀਕ ਹੈ ਨਾ। ਦੱਸੋ, ਤਾਂ ਉਰੇ ਉਸ ਹਿਸਾਬ ਸਿਰ ਉਰੇ ਕਿਹੜੀ ਚੀਜ਼ ਸਹੀ ਬੈਠੇਗੀ, ਪ੍ਰੋਫਿਟ ਵਧਣਗੇ ਜਾਂ ਘਟਣਗੇ, ਸੇਲ ਵਧੇਗੀ ਇਹਨਾਂ 'ਚੋਂ ਜਾਂ ਸੇਲ ਘਟੇਗੀ, ਇਹ 'ਚੋਂ ਕਿਹੜਾ ਆਪਸ਼ਨ ਐਗਜ਼ੈਕਟਲੀ ਸਹੀ ਬੈਠਦਾ ਫਸਟ ਇਨ ਫਸਟ ਆਊਟ ਮੈਥਡ ਦੇ ਹਿਸਾਬ ਸਿਰ। ਇਹਦੇ ਨਾਲ ਕੀ ਬੈਠੇਗਾ, ਮੇਰੇ ਪ੍ਰੋਫਿਟ ਵਧਣਗੇ। ਕਿਉਂ ਵਧਣਗੇ, ਸਪੋਜ਼ ਕਰੋ ਤੁਹਾਡੇ ਕੋਲ ਕੋਈ ਅੱਜ ਦਾ ਟਾਈਮ ਹੈ, ਅੱਜ ਦੇ ਟਾਈਮ 'ਚ ਤੁਹਾਨੂੰ ਕੋਈ 10 ਰੁਪਏ 'ਚ ਕੋਈ ਪਰ ਪ੍ਰੋਡਕਟ ਤੁਹਾਨੂੰ ਕੋਈ 10 ਰੁਪਏ ਚੀਜ਼ ਮਿਲ ਰਹੀ ਹੈ, ਤੁਸੀਂ 100 ਚੀਜ਼ਾਂ ਲੈ ਲਈਆਂ ਉਹਦੀਆਂ, ਠੀਕ ਹੈ, ਤਾਂ 1000 ਪ੍ਰੋਡਕਟਸ ਹੋ ਗਏ। ਤਾਂ ਕੁਛ ਦਿਨਾਂ ਬਾਅਦ, ਅੱਜ ਤੋਂ ਪਰਸੋਂ ਜਾਂ 4-5 ਦਿਨਾਂ ਬਾਅਦ ਇਹ ਰੇਟ 12 ਰੁਪਏ ਹੋ ਗਿਆ, ਠੀਕ ਹੈ। ਮੈंने 100 ਚੀਜ਼ਾਂ ਲਿੱਤੀਆਂ, ਇਹ ਹੋਇਆ 1200, ਠੀਕ ਹੈ। ਤਾਂ ਜਦੋਂ ਮੈंने ਸੇਲ ਕਰਨੀ ਹੋਏਗੀ ਚੀਜ਼, ਮੈਂ ਫਸਟ ਇਨ ਫਸਟ ਆਊਟ ਮੈਥਡ ਦੇ ਹਿਸਾਬ ਸਿਰ ਇਸ ਰੇਟ ਦੇ ਮੁਤਾਬਿਕ ਮੈਂ ਸੇਲ ਕਰਾਂਗਾ, ਸੇਲ ਇਸ ਮੁਤਾਬਿਕ ਕਰਾਂਗਾ, ਮਗਰ ਰੇਟ ਕਿਹੜਾ ਲਵਾਂਗਾ, ਮੈਂ ਇਸ ਮੁਤਾਬਿਕ ਲਵਾਂਗਾ ਜੋ ਮਾਰਕੀਟ ਰੇਟ ਹੈ, ਠੀਕ ਹੈ। ਸੇਲ ਮੈਂ ਆਪਣੀ ਜਿਹੜੀ ਮੇਰੇ ਕੋਲ ਜਿੰਨੇ ਰੇਟ 'ਤੇ ਆਇਆ ਹੈ ਉਸ ਨੂੰ ਮੈਂ ਇਸੇ ਰੇਟ 'ਤੇ ਕਰਾਂਗਾ, ਮਗਰ ਮਾਰਕੀਟ ਵਿੱਚ ਜੋ ਰੇਟ ਚੱਲ ਰਿਹਾ ਰੇਟ ਤਾਂ ਉਸ ਹਿਸਾਬ ਸਿਰ ਕਰਾਂਗਾ, ਮਗਰ ਮੈਨੂੰ ਕਿੰਨੀ ਕੋਸਟ ਪਏਗੀ ਉਹਦੀ, ਮੈਨੂੰ 12 ਰੁਪਏ ਕੋਸਟ ਨਹੀਂ ਪਏਗੀ, ਮੈਨੂੰ 10 ਰੁਪਏ ਕੋਸਟ ਪਏਗੀ, ਠੀਕ ਹੈ।
ਜੇ ਮੈਂ 10 ਰੁਪਏ ਕੋਸਟ ਲਾ ਕੇ ਚੱਲਾਂ, ਠੀਕ ਹੈ, ਮੈਂ ਬਾਕੀਆਂ ਨਾਲੋਂ ਸਸਤਾ ਵੇਚ ਸਕਦਾ। ਬਾਕੀ ਸਾਰੇ 14 ਜਾਂ 15 ਰੁਪਏ ਦੀ ਵੇਚਣਗੇ। ਕਿਉਂ ਵੇਚਣਗੇ? ਕਿਉਂਕਿ ਉਹਨਾਂ ਨੂੰ 12 ਰੁਪਏ ਦੀ ਆਈ ਹੈ, ਮੈਨੂੰ 10 ਰੁਪਏ ਦੀ ਆਈ ਹੈ, ਮੈਂ 12 ਰੁਪਏ ਵੇਚ ਸਕਦਾ। ਠੀਕ ਹੈ, 12 ਰੁਪਏ ਰੇਟ ਦੇ ਹਿਸਾਬ ਸਿਰ ਵੇਚ ਸਕਦਾ ਪਰ ਪ੍ਰੋਡਕਟ ਦੇ। ਤਾਂ ਮੈਨੂੰ ਮੇਰੀ ਸੇਲ ਵਧੇਗੀ, ਤਾਂ ਮੇਰੀ ਸੇਲ ਵਧੇਗੀ ਤਾਂ ਮੇਰਾ ਪ੍ਰੋਫਿਟ ਵੀ ਵਧੇਗਾ, ਹਾਈਅਰ ਪ੍ਰੋਫਿਟਸ। ਅਗਲਾ ਕੁਐਸਚਨ ਹੈ, ਫਾਈਂਡ ਦੀ ਵੈਲਿਊ ਆਫ ਪਰਚੇਸਿਸ। ਵੈਲਿਊ ਕੱਢਣੀ ਹੈ ਪਰਚੇਸਿਸ ਦੀ। ਰੋ ਮਟੀਰੀਅਲ ਕੰਜ਼ਿਊਮ ਦਿੱਤਾ ਹੋਇਆ 90,000, ਓਪਨਿੰਗ ਤੇ ਕਲੋਜ਼ਿੰਗ ਸਟਾਕ ਦਿੱਤੇ ਹੋਇਆ 50 ਤੇ 30,000। ਦੱਸੋ ਕੀ ਆਨਸਰ ਆਏਗਾ? 10,000, 20,000, 70,000, 1,60,000। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ। ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, ਪਹਿਲੇ ਕੁਐਸਚਨ ਪੁੱਛਿਆ ਕਿ ਕੁਐਸਚਨ ਪੁੱਛਿਆ। ਠੀਕ ਹੈ ਫਰੈਂਡਸ, ਮੈਂ ਤੁਹਾਨੂੰ ਕਰਾ ਚੁੱਕਾ, ਮਗਰ ਤੁਸੀਂ ਇੱਕ ਵਾਰੀ ਕਰਕੇ ਦੇਖਿਓ। ਤੁਹਾਨੂੰ ਵੈਲਿਊ ਪਰਚੇਸਿਸ ਕੱਢਣੀ ਆਪਾਂ ਨੇ, ਕੱਲੀ ਵੈਲਿਊ ਆਫ ਪਰਚੇਸਿਸ ਕੱਢਣੀ ਆਪਾਂ ਨੇ। ਠੀਕ ਹੈ ਨਾ। ਰੋ ਮਟੀਰੀਅਲ ਕੰਜ਼ਿਊਮਡ ਵੀ ਦਿੱਤਾ ਹੋਇਆ ਆਪਾਂ ਨੂੰ, ਓਪਨਿੰਗ ਤੇ ਕਲੋਜ਼ਿੰਗ ਸਟਾਕ ਵੀ ਦਿੱਤਾ ਹੋਇਆ। ਠੀਕ ਹੈ, ਬਹੁਤ ਆਸਾਨ ਹੈ ਕੁਐਸਚਨ, ਪਰ ਤੁਸੀਂ ਇੱਕ ਵਾਰੀ ਟਰਾਈ ਕਰਿਓ। ਠੀਕ ਹੈ, ਮੈਨੂੰ ਉਮੀਦ ਹੈ ਤੁਸੀਂ ਇਹਦਾ ਆਨਸਰ ਜ਼ਰੂਰ ਦਿਓਗੇ। ਅਗਲਾ ਕੁਐਸਚਨ ਹੈ, ਇਨਵੈਂਟਰੀ ਕੰਟਰੋਲ ਏਮਡ। ਇਨਵੈਂਟਰੀ ਕੰਟਰੋਲ ਦਾ ਕੀ ਏਮ ਹੁੰਦਾ ਦੱਸੋ? ਅਚੀਵ ਦੀ ਓਪਟੀਮਾਈਜੇਸ਼ਨ, ਇੰਸ਼ੋਰਿੰਗ ਦੀ ਅੰਗੇਜ ਦੀ ਮਾਰਕੀਟ ਫਲਕਚੁਏਸ਼ਨ, acceptable customer service at low capital investment, discount allowed in bulk purchases। ਜੇ ਆਪਾਂ ਇਨਵੈਂਟਰੀ ਕੰਟਰੋਲ ਦਾ ਐਕਚੁਅਲ 'ਚ ਏਮ ਕੀ ਹੋ ਸਕਦਾ ਹੈ? ਇਹਦਾ ਆਨਸਰ ਆ ਜਾਏਗਾ ਅਸੈਪਟੇਬਲ ਕਸਟਮਰ ਸਰਵਿਸ ਐਟ ਲੋ ਕੈਪੀਟਲ ਇਨਵੈਸਟਮੈਂਟ। ਜੇ ਮੈਂ ਇਨਵੈਂਟਰੀ ਨੂੰ ਕੰਟਰੋਲ ਕਰਾਂਗਾ ਤਾਂ ਜਿਹੜੀ ਕਸਟਮਰ ਸਰਵਿਸ ਹੈ ਉਹਨੂੰ ਮੈਂ ਅਸੈਪਟ ਕਰ ਪਾਵਾਂ ਕਿਹਦੇ ਨਾਲ? ਜੇ ਮੈਂ ਕੈਪੀਟਲ ਨੂੰ ਲੋ ਕੈਪੀਟਲ ਇਨਵੈਸਟ ਨਾਲ ਵੀ ਮੈਂ ਆਪਣੀ ਕਸਟਮਰ ਦੀ ਜਿਹੜੀ ਸਰਵਿਸ ਹੈ ਉਹਨੂੰ ਮੈਂ ਅਸੈਪਟ ਕਰ ਪਾਵਾਂਗਾ। ਇਨਵੈਂਟਰੀ ਕੰਟਰੋਲ ਦਾ ਐਕਚੁਅਲ 'ਚ ਹੀ ਏਮ ਇਹ ਹੁੰਦਾ। ਠੀਕ ਹੈ, ਕਿ ਮੇਰੀ ਘੱਟੋ ਘੱਟ ਕੈਪੀਟਲ ਲੱਗੇ, ਇਨਵੈਸਟ ਹੋਵੇ, ਅਤੇ ਜਿਹਦੇ ਨਾਲ ਮੈਂ ਵੱਧ ਤੋਂ ਵੱਧ ਉਹਦੀ ਜਿਹੜੀ ਕਸਟਮਰ ਦੀ ਸਰਵਿਸ ਹੈ ਉਹਨੂੰ ਅਸੈਪਟ ਕਰ ਪਾਵਾਂ। ਠੀਕ ਹੈ। ਅਗਲਾ ਕੁਐਸਚਨ ਹੈ, ਅਲਫਾ ਕੰਪਨੀ ਪਰਚੇਸ ਅ ਮਸ਼ੀਨ 2 ਲੱਖ ਦੀ ਇਨ ਦਾ ਲਾਸਟ ਈਅਰ। ਲਾਸਟ ਈਅਰ 'ਚ ਅਲਫਾ ਕੰਪਨੀ ਨੇ ਪਰਚੇਸ ਕੀਤੀ ਸੀ ਮਸ਼ੀਨ 2 ਲੱਖ ਦੀ। ਨਾਓ ਡੈਟ ਮਸ਼ੀਨ, ਹੁਣ ਜਿਹੜੀ ਉਹ ਮਸ਼ੀਨ ਹੈ ਉਹ ਯੂਜ਼ ਹੋ ਰਹੀ ਹੈ ਮੇਰੇ ਨਿਊ ਪ੍ਰੋਜੈਕਟ ਵਿੱਚ। ਕੋਈ ਨਿਊ ਪ੍ਰੋਜੈਕਟ ਹੈ ਚੱਲ ਰਿਹਾ ਉਸ ਕੰਪਨੀ ਦਾ, ਉਸ ਵਿੱਚ ਮੇਰੀ ਯੂਜ਼ ਹੋ ਰਹੀ ਹੈ। ਠੀਕ ਹੈ, ਜੋ ਮੈਨੂੰ ਇਸ ਸਾਲ ਰਿਸੀਵ ਹੋਇਆ ਹੈ ਪ੍ਰੋਜੈਕਟ। ਠੀਕ ਹੈ, ਤਾਂ ਜਿਹੜੀ ਉਹ ਕੋਸਟ ਹੈ, ਜਿਹੜੀ ਇਹ ਕੋਸਟ ਹੈ, ਜਿਹੜੀ ਮੈਨੂੰ ਮਸ਼ੀਨ ਦੀ ਕੋਸਟ ਹੈ, ਇਹਨੂੰ ਆਪਾਂ ਕੀ ਕਵਾਂਗੇ ਦੱਸੋ? ਪ੍ਰੋਜੈਕਟ ਕੋਸਟ ਕਹਿ ਸਕਦੇ ਹਾਂ, ਸੰਕ ਕੋਸਟ ਕਹਿ ਸਕਦੇ ਹਾਂ, ਓਪਰਚੁਨਿਟੀ ਕੋਸਟ ਕਹਿ ਸਕਦੇ ਹਾਂ, ਰੈਲੀਵੈਂਟ ਕੋਸਟ ਕਹਿ ਸਕਦੇ ਹਾਂ। ਤੁਹਾਨੂੰ ਮੈਂ ਜਦੋਂ ਕੋਸਟ ਵਾਲਾ ਕੋਸਟ ਦੇ ਟਰਮਸ ਬਾਰੇ ਦੱਸਿਆ ਸੀ, ਟਾਈਪਸ ਆਫ ਕੋਸਟ, ਉਸ ਵਿੱਚ ਤੁਹਾਨੂੰ ਮੈਂ ਸਮਝਾਇਆ ਸੀ। ਇਹਦਾ ਆਨਸਰ ਆ ਜਾਏਗਾ ਰੈਲੀਵੈਂਟ ਕੋਸਟ। ਠੀਕ ਹੈ ਫਰੈਂਡਸ, ਜੋ ਮੇਰੀ ਡਿਸੀਜਨ ਮੇਕਿੰਗ ਦੇ ਮੇਰੇ ਕੋਲ ਹੈਲਪਫੁਲ ਹੋਵੇ ਉਹਨੂੰ ਕਿਹੜੀ ਕੋਸਟ ਕਹਿੰਦੇ ਆ? ਰੈਲੀਵੈਂਟ ਕੋਸਟ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਟੂ ਬੀ ਕਾਲਡ ਪ੍ਰੋਡਕਟ ਕੋਸਟ। ਵਿੱਚੋਂ ਕਿਹੜੀ ਕੋਸਟ ਮੇਰੀ ਪ੍ਰੋਡਕਟ ਕੋਸਟ ਨਾਲ ਮੇਲ ਖਾਉਂਦੀ ਹੈ ਦੱਸੋ? ਮਟੀਰੀਅਲ ਕੋਸਟ, ਲੇਬਰ ਕੋਸਟ, ਫੈਕਟਰ ਕੋਸਟ, ਹੋਇਆ ਆਲ ਆਫ ਦੀ ਗਿਵਨ ਆਪਸ਼ਨ। ਪ੍ਰੋਡਕਟ ਕੋਸਟ ਮਤਲਬ ਕਿ ਐਕਚੁਅਲ ਪ੍ਰੋਡਕਟ ਦੀ ਕੋਸਟ ਵਿੱਚ ਕੀ ਕੀ ਉਸਦੇ ਇਨਕਲੂਡ ਹੁੰਦਾ ਹੈ? ਮਟੀਰੀਅਲ ਕੋਸਟ ਇਨਕਲੂਡ ਹੁੰਦੀ ਹੈ, ਸੋਚੋ। ਲੇਬਰ ਕੋਸਟ ਇਨਕਲੂਡ ਹੁੰਦੀ ਹੈ, ਫੈਕਟਰੀ ਓਵਰਹੈਡ ਇਨਕਲੂਡ ਹੁੰਦਾ, ਇਹ ਸਾਰੇ ਤਿੰਨੋਂ ਹੀ ਇਨਕਲੂਡ ਹੁੰਦੇ ਹੈ। ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ, ਆਲ ਆਫ ਦੀ ਗਿਵਨ ਆਪਸ਼ਨ। ਮਟੀਰੀਅਲ ਕੋਸਟ ਵੀ ਇਨਕਲੂਡ ਹੁੰਦੀ ਹੈ, ਲੇਬਰ ਕੋਸਟ ਵੀ ਇਨਕਲੂਡ ਹੁੰਦੀ ਹੈ, ਫੈਕਟਰੀ ਓਵਰਹੈਡ ਵੀ ਇਨਕਲੂਡ ਹੁੰਦੇ ਹੈ। ਜਿਹੜੀ ਪ੍ਰੋਡਕਟ ਕੋਸਟ ਹੁੰਦੀ ਹੈ, ਇੱਕ ਮੈंने ਪ੍ਰੋਡਕਟ ਦੀ ਕੋਸਟ ਕਰਨੀ ਹੈ, ਉਸ ਵਿੱਚ ਮੇਰਾ ਮਟੀਰੀਅਲ ਤਾਂ ਆਊਗਾ ਹੀ ਆਊਗਾ। ਠੀਕ ਹੈ, ਫੈਕਟਰੀ ਓਵਰਹੈਡ ਜਦ ਤੱਕ ਉਹ ਬਣ ਕੇ ਤਿਆਰ ਨਹੀਂ ਹੋ ਜਾਂਦਾ, ਠੀਕ ਹੈ, ਜਦ ਤੱਕ ਉਹ ਆਫਿਸ ਵੇਅਰ ਹਾਊਸ 'ਚ ਚਲਾ ਨਹੀਂ ਜਾਂਦਾ, ਉਦੋਂ ਤੱਕ ਜਿੰਨੇ ਵੀ ਮੇਰੀ ਐਕਟੀਵਿਟੀਜ਼ ਹੋ ਰਹੀਆਂ ਨੇ ਉਹ ਸਾਰੀ ਮੇਰੀ ਪ੍ਰੋਡਕਟ ਕੋਸਟ ਦੇ ਇਨਕਲੂਡ ਚਲੀ ਜਾਂਦੀਆਂ ਨੇ। ਠੀਕ ਹੈ, ਉਸ ਵਿੱਚ ਐਡ ਹੋ ਜਾਂਦੀਆਂ ਨੇ। ਠੀਕ ਹੈ, ਇਸ ਵਿੱਚ ਕਿਹੜੇ ਐਕਸਪੈਂਸਿਸ ਨਹੀਂ ਆ ਸਕਦੇ? ਸੈਲਿੰਗ ਐਂਡ ਡਿਸਟਰੀਬਿਊਸ਼ਨ ਦੇ ਐਕਸਪੈਂਸਿਸ ਨਹੀਂ ਆ ਸਕਦੇ। ਠੀਕ ਹੈ ਫਰੈਂਡਸ, ਉਹ ਬਾਅਦ 'ਚ ਐਡ ਹੁੰਦੇ ਨੇ। ਠੀਕ ਹੈ, ਉਹ ਸਿੱਧਾ ਮੇਰੇ ਡਾਇਰੈਕਟ ਪ੍ਰੋਡਕਟ ਕੋਸਟ ਨਾਲ ਰਿਲੇਟਡ ਨਹੀਂ ਨੇ।
ਜਦ ਤੱਕ ਪ੍ਰੋਡਕਟ ਤਿਆਰ ਹੋਣਾ ਉਸ ਤੋਂ ਬਾਅਦ ਦੀ ਗੱਲ ਹੈ ਕਿ ਉਸ ਪ੍ਰੋਡਕਟ ਨੂੰ ਅਸੀਂ ਕਿਸ ਤਰ੍ਹਾਂ ਵੇਚਣਾ ਹੈ। ਤਦ ਉਹ ਮੇਰੇ ਜਿਹੜੇ ਸੈਲਿੰਗ ਐਂਡ ਡਿਸਟ੍ਰੀਬਿਊਸ਼ਨ ਦੇ ਖਰਚੇ ਨੇ ਤਦ ਆਉਂਦੇ ਨੇ। ਉਸ ਤੋਂ ਪਹਿਲੇ ਜਿਹੜੀ ਪ੍ਰੋਡਕਟ ਬਣ ਕੇ ਤਿਆਰ ਹੋਣਾ ਹੁੰਦਾ ਉਸ ਵਿੱਚ ਤੁਸੀਂ ਸੋਚੋ ਕਿ ਮਟੀਰੀਅਲ ਦਾ ਖਰਚਾ ਤਾਂ ਆਊਗਾ ਹੀ ਆਊਗਾ, ਲੇਬਰ ਦਾ ਖਰਚਾ ਵੀ ਆਊਗਾ ਹੀ ਆਊਗਾ, ਫੈਕਟਰੀ ਦਾ ਖਰਚਾ ਆਊਗਾ ਹੀ ਆਊਗਾ, ਠੀਕ ਹੈ, ਜਿੱਥੋਂ ਬਣ ਰਿਹਾ ਮੇਰਾ ਪ੍ਰੋਡਕਟ। ਸੋ ਆਪਾਂ ਆਰਾਮ ਨਾਲ ਈਜ਼ੀਲੀ ਇਹਦਾ ਆਂਸਰ ਕੱਢ ਸਕਦੇ ਹਾਂ। ਠੀਕ ਹੈ ਫਰੈਂਡਸ, ਡੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ ਕੋਸਟ ਅਕਾਊਂਟਿੰਗ ਡਿਪਾਰਟਮੈਂਟ ਪ੍ਰੀਪੇਅਰ ਦੀ ਦੈਟ ਹੈਲਪਸ ਦੈਮ ਇਨ ਪ੍ਰੀਪੇਅਰ ਫਾਈਨਲ ਅਕਾਊਂਟਸ। ਦੱਸੋ ਕੋਸਟ ਅਕਾਊਂਟਿੰਗ ਡਿਪਾਰਟਮੈਂਟ ਕੀ ਪ੍ਰੀਪੇਅਰ ਕਰਦਾ ਜਿਸ ਨੂੰ ਜੋ ਹੈਲਪਫੁਲ ਹੁੰਦਾ ਫਾਈਨਲ ਅਕਾਊਂਟਸ ਬਣਾਉਣ ਵਿੱਚ। ਦੱਸੋ ਕੋਸਟ ਸ਼ੀਟ, ਕੋਸਟ ਆਫ ਗੁੱਡਸ ਸੋਲਡ ਸਟੇਟਮੈਂਟ, ਕੋਸਟ ਆਫ ਪ੍ਰੋਡਕਸ਼ਨ ਰਿਪੋਰਟ, ਮਟੀਰੀਅਲ ਐਕੁਜੀਸ਼ਨ ਫਾਰਮ। ਤਾਂ ਮੈਂ ਜਦੋਂ ਫਾਈਨਲ ਅਕਾਊਂਟਸ ਕਰਾਇਆ ਸੀ ਉਸ ਵਿੱਚ ਜਿਹੜੀ ਟ੍ਰੇਡਿੰਗ ਐਂਡ ਪੀਐਨ ਅਕਾਊਂਟਸ ਵਿੱਚ ਉਸ ਵਿੱਚ ਉਹ ਚੀਜ਼ ਦਿੱਤੀ ਵੀ ਹੋਈ ਹੈ। ਜੇ ਤੁਸੀਂ ਉਸ ਦਾ ਵੀ ਇੱਕ ਵਾਰੀ ਧਿਆਨ 'ਚ ਲਿਆ ਉਸ ਨੂੰ ਤਾਂ ਤੁਸੀਂ ਇਹਦਾ ਆਂਸਰ ਆਰਾਮ ਨਾਲ ਦੇ ਸਕਦੇ ਹੋ ਕਿ ਕੋਸਟ ਅਕਾਊਂਟਿੰਗ ਡਿਪਾਰਟਮੈਂਟ ਕੀ ਪ੍ਰੀਪੇਅਰ ਕਰਦਾ ਜੋ ਹੈਲਪਫੁਲ ਹੁੰਦਾ ਮੈਨੂੰ ਫਾਈਨਲ ਅਕਾਊਂਟਸ ਵਿੱਚ। ਇਹਦਾ ਆਂਸਰ ਆ ਜਾਏਗਾ ਕੋਸਟ ਆਫ ਗੁੱਡਸ ਸੋਲਡ ਸਟੇਟਮੈਂਟ। ਠੀਕ ਹੈ, ਮੇਰੀ ਕੋਸਟ ਅਕਾਊਂਟਿੰਗ ਮੈਨੂੰ ਇਹ ਦੱਸ ਦਿੰਦੀ ਹੈ ਮੇਰੀ ਕੋਸਟ ਆਫ ਗੁੱਡਸ ਸੋਲਡ ਸਟੇਟਮੈਂਟ ਕਿੰਨੀ ਹੈ। ਠੀਕ ਆ, ਉਹ ਫਾਈਨਲ ਅਕਾਊਂਟਸ ਬਣਾਉਣ ਵਿੱਚ ਮੇਰੀ ਹੈਲਪਫੁਲ ਹੋ ਜਾਂਦੀ ਜਿਹਦੇ ਨਾਲ ਮੇਰਾ ਅੱਗੋਂ ਗਰੋਸ ਪ੍ਰੋਫਿਟ ਨਿਕਲ ਆਉਂਦਾ ਹੈ। ਠੀਕ ਹੈ, ਅਗਲਾ ਕੁਐਸਚਨ ਹੈ ਕੋਸਟ ਆਫ ਇਲੈਕਟ੍ਰੀਸਿਟੀ ਬਿੱਲ ਆਫ ਦੀ ਫੈਕਟਰੀ ਟ੍ਰੀਟਡ ਐਸ। ਜਿਹੜੀ ਮੇਰੀ ਇਲੈਕਟ੍ਰੀਸਿਟੀ ਬਿੱਲ ਹੈ ਉਸ ਨੂੰ ਮੈਂ ਕਿਸ ਤਰ੍ਹਾਂ ਟਰੀਟ ਕਰਾਂਗਾ, ਫਿਕਸਡ ਕੋਸਟ ਕਹਾਂਗਾ, ਵੇਰੀਏਬਲ ਕੋਸਟ ਕਹਾਂਗਾ, ਸਟੈਪ ਕੋਸਟ ਕਹਾਂਗਾ ਜਾਂ ਸੈਮੀ ਵੇਰੀਏਬਲ ਕਹਾਂਗਾ। ਜਰਾ ਧਿਆਨ ਨਾਲ ਸੋਚੋ। ਇਹਨੂੰ ਆਪਾਂ ਕਹਾਂਗੇ ਸੈਮੀ ਵੇਰੀਏਬਲ ਕੋਸਟ। ਠੀਕ ਹੈ, ਜਿਸ ਵਿੱਚ ਮੇਰੀ ਫਿਕਸਡ ਵੀ ਇਨਕਲੂਡ ਹੁੰਦੀ ਹੈ ਪਲੱਸ ਵੇਰੀਏਬਲ ਵੀ ਇਨਕਲੂਡ ਹੁੰਦੀ ਹੈ। ਤੁਸੀਂ ਕਦੀ ਵੀ ਦੇਖਣਾ ਇਲੈਕਟ੍ਰੀਸਿਟੀ ਬਿੱਲ ਜਿਹੜਾ ਹੁੰਦਾ ਕੁਛ ਤਾਂ ਉਹਦਾ ਤੁਸੀਂ ਨਾ ਵੀ ਯੂਜ਼ ਕਰੋ ਨਾ, ਕੁਛ ਤਾਂ ਫਿਕਸ ਖਰਚਾ ਆਏਗਾ ਹੀ ਆਏਗਾ ਉਹਦਾ 200 ਰੁਪਏ ਜਾਂ 300 ਰੁਪਏ। ਬਾਕੀ ਸਾਡੇ ਉੱਪਰ ਹੈ ਸਾਡੀ ਕਿੰਨੀ ਪ੍ਰੋਡਕਸ਼ਨ ਆਪਾਂ ਨੇ ਕਰਨੀ ਹੈ, ਕਿੰਨੀ ਆਪਾਂ ਮਸ਼ੀਨਸ ਯੂਜ਼ ਕਰਨੀਆਂ, ਉਸ ਹਿਸਾਬ 'ਚ ਸਾਡੀ ਇਲੈਕਟ੍ਰੀਸਿਟੀ ਯੂਜ਼ ਹੁੰਦੀ ਹੈ। ਸੋ ਇਹ ਤਦ ਇਸੇ ਕਰਕੇ ਉਹ ਸੈਮੀ ਵੇਰੀਏਬਲ ਵਿੱਚ ਆ ਜਾਂਦੀ ਹੈ। ਸੈਮੀ ਵੇਰੀਏਬਲ ਵਿੱਚ ਮੇਰੀ ਫਿਕਸਡ ਕੋਸਟ ਵੀ ਆਉਂਦੀ ਹੈ ਅਤੇ ਵੇਰੀਏਬਲ ਕੋਸਟ ਵੀ ਆਉਂਦੀ ਹੈ। ਠੀਕ ਹੈ, ਤਾਂ ਡੀ ਆਪਸ਼ਨ ਲੱਗ ਜਾਏਗਾ ਉਹਦੇ। अगला क्वेश्चन है एडमिनिस्ट्रेशन स्पैन अक्रॉसिस ऑल दी अपस्ट्रीम मेन स्ट्रीम डाउन स्ट्रीम एक्टिविटीज़ ऑफ द फर्म सच एज एडमिशन विच इज अपस्ट्रीम मेन स्ट्रीम तो डाउन स्ट्रीम सारी एक्टिविटीज आ जाती फर्म दी किहड़ी किहड़ी एक्टिविटीज़ हो सकती हैं दसो। डिज़ाइन, रिसर्च, डिवेलपमेंट, प्रोडक्शन, मार्केटिंग या ऑल ऑफ दी अबव। एडमिनिस्ट्रेशन द सैलिंग एंड डिस्ट्रीब्यूशन च फर्क है। ठीक है, एडमिशन ऑफिस का काम हो गया। ठीक है, ਸੈਲਿੰਗ ਡਿਸਟਰੀਬਿਊਸ਼ਨ 'ਚ ਸਿਰਫ ਟਾਰਗੇਟ ਹੁੰਦਾ ਕਿ ਮੈਨੇ ਆਪਣੇ ਪ੍ਰੋਡਕਟ ਨੂੰ ਵੇਚਣਾ। ਠੀਕ ਹੈ, ਉਹਦੀ ਪਲੈਨਿੰਗ ਅਲੱਗ ਹੁੰਦੀ ਹੈ, ਐਡਮਿਨਿਸਟ੍ਰੇਸ਼ਨ ਦੀ ਪਲੈਨਿੰਗ ਅਲੱਗ ਹੁੰਦੀ ਹੈ। ਤਾਂ ਉਸ ਹਿਸਾਬ ਸੇ ਸੋਚ ਕੇ ਦੱਸੋ ਇਸ ਵਿੱਚ ਅਪਸਟ੍ਰੀਮ, ਮੇਨ ਸਟ੍ਰੀਮ, ਡਾਊਨ ਸਟ੍ਰੀਮ ਜਿਹੜੀ ਐਕਟੀਵਿਟੀਜ਼ ਹੈ ਉਹ ਕਿਹੜੀ ਕਿਹੜੀਆਂ ਹੋ ਸਕਦੀਆਂ। ਇਹਦਾ ਆਂਸਰ ਆ ਜਾਏਗਾ ਏ ਆਪਸ਼ਨ डिज़ाइन, सर्च एंड डेवलपमेंट। ये सारे मेरे एडमिशन एक्सपेंस दे एक्टिविटीज़ हैं। ठीक है फ्रेंड्स, अगला क्वेश्चन है विच ऑफ द फॉलोइंग इज नॉट अ फंक्शन ऑफ कोस्ट अकाउंटिंग। इचो केड़ा फंक्शन मेरा कोस्ट अकाउंटिंग का नहीं है। यह सब तो ईजी क्वेश्चन है, दसो। कोस्ट स्टेटमेंट, प्लानिंग एंड कंट्रोल, डिसीजन मेकिंग, एक्सटर्नल रिपोर्टिंग। इसका आंसर आ जाएगा एक्सटर्नल रिपोर्टिंग। ये मेरा कोस्ट अकाउंटिंग का फंक्शन नहीं है। ठीक है फ्रेंड्स, अगला क्वेश्चन है ऑपरेटिंग कोस्ट इज ऑफन नेम हैज़। ऑपरेटिंग कोस्ट में आप हो किस नाम ਨਾਲ ਜਾਣਿਆ ਜਾ ਸਕਦਾ ਹੈ ਦੱਸੋ। मैन्युफैक्चरिंग कोस्ट प्लस कमर्शियल एक्सपेंसिस, प्राइम कोस्ट प्लस फैक्ट्री ओवरहेड, डायरेक्ट मटीरियल प्लस डायरेक्ट लेबर, सैलिंग प्लस एडमिशन एक्सपेंसिस। ਇਹ ਆਪਣਾ ਜਾਣਿਆ ਜਾਂਦਾ ਹੈ ਸੈਲਿੰਗ ਪਲਸ ਐਡਮਿਸ਼ਨ ਐਕਸਪੈਂਸਿਸ। ਇਹਨੂੰ ਹੀ ਆਪਾਂ ਆਪਰੇਟਿੰਗ ਕੋਸਟ ਕਹਿੰਦੇ। ਜੇ ਤੁਹਾਨੂੰ ਕਦੀ MCQ ਪੁੱਛ ਲਿਆ ਜਾਵੇ ਆਪਰੇਟਿੰਗ ਕੋਸਟ ਨੂੰ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ, ਸੈਲਿੰਗ ਪਲਸ ਐਡਮਿਨਿਸਟ੍ਰੇਸ਼ਨ ਐਕਸਪੈਂਸਿਸ। ਐਡਮਿਸ਼ਨ ਐਕਸਪੈਂਸਿਸ ਮਤਲਬ ਮੇਰੇ ਆਫਿਸ ਦੇ ਖਰਚੇ। ਠੀਕ ਹੈ, ਆਫਿਸ ਦੇ ਖਰਚੇ ਹੋਣ ਤੋਂ ਬਾਅਦ ਹੀ ਮੇਰੇ ਸੈਲਿੰਗ ਐਂਡ ਡਿਸਟਰੀਬਿਊਸ਼ਨ ਦੇ ਖਰਚੇ ਆਉਂਦੇ ਨੇ। ਤੁਹਾਨੂੰ ਮੈਂ ਕੋਸਟ ਸ਼ੀਟ ਕਰਾਇਆ, ਉਸ ਵਿੱਚ ਤੁਸੀਂ ਦੁਬਾਰਾ ਜਾ ਕੇ ਦੇਖ ਸਕਦੇ ਹੋ। ਠੀਕ ਹੈ ਫਰੈਂਡਸ, ਸੋ ਆਪਾਂ ਨੇ ਅੱਜ 15 ਕੁਐਸਚਨਸ ਕੀਤੇ ਨੇ, ਵਿੱਚੋਂ 2 ਕੁਐਸਚਨ ਤੁਹਾਨੂੰ ਮੈਂ ਪੁੱਛੇ ਨੇ, ਉਹ ਤੁਸੀਂ ਉਹਦਾ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਆਨਸਰ ਦੇਣਾ। ਠੀਕ ਹੈ ਨਾ ਫਰੈਂਡਸ, ਅਤੇ ਆਪਾਂ ਨਾਲ ਨਾਲ ਸਿਲੇਬਸ ਵੀ ਕੰਪਲੀਟ ਕਰਦੇ ਜਾ ਰਹੇ ਹਾਂ ਅਤੇ ਨਾਲ ਨਾਲ ਆਪਾਂ ਰਿਵੀਜ਼ਨ ਵੀ ਕਰਦੇ ਜਾ ਰਹੇ ਹਾਂ। ਠੀਕ ਹੈ, ਠੀਕ ਹੈ ਫਰੈਂਡਸ, ਰਿਵੀਜ਼ਨ ਵੀ ਮੇਰੀ ਨਾਲ ਨਾਲ ਚੱਲ ਰਹੀ ਹੈ।
ਠੀਕ ਹੈ। ਪਿਛਲੇ 4-5 ਲੈਕਚਰ ਤੋਂ ਮੈਂ ਤੁਹਾਨੂੰ MCQ ਦੀ ਪ੍ਰੈਕਟਿਸ ਕਰਕੇ ਕਰਾ ਰਿਹਾ, ਤਾਂ ਕਿ ਤੁਹਾਨੂੰ ਪਿਛਲੇ ਜਿਹੜੇ ਕੁਐਸਚਨ ਨੇ ਉਹ ਹਮੇਸ਼ਾ ਤੁਹਾਡੇ ਬੈਲੈਂਸ ਬਣਿਆ ਰਹੇ, ਤੁਹਾਡੇ ਦਿਮਾਗ 'ਚ ਰਹਿਣ, ਠੀਕ ਹੈ, ਕਦੀ ਭੁੱਲੋ ਨਾ ਤੁਸੀਂ, ਠੀਕ ਹੈ ਨਾ ਫਰੈਂਡਸ। ਸੋ ਆਉਣ ਵਾਲੇ ਲੈਕਚਰਸ ਆਪਾਂ ਟੌਪਿਕਸ ਵੀ ਕਰਾਂਗੇ ਅੱਗੇ, ਅਤੇ ਆਪਾਂ ਪ੍ਰੈਕਟਿਸ ਵੀ ਕਰਾਂਗੇ, ਠੀਕ ਹੈ ਫਰੈਂਡਸ। ਸੋ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਠੀਕ ਹੈ, ਸ਼ੇਅਰ ਕਰਿਓ, ਠੀਕ ਹੈ ਫਰੈਂਡਸ। ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਠੀਕ ਹੈ। ਹੁਣ ਆਪਾਂ ਕੱਲ੍ਹ ਮਿਲਾਂਗੇ। ਥੈਂਕ ਯੂ।